ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਤੁਹਾਡੀ ਪੁਸਤਕ ਆਧੁਨਿਕ ਗਦ ਰਤਨਾਕਰ ਦਾ ਇੱਕ ਬਹੁਤ ਹੀ ਖਾਸ ਤੇ ਡੂੰਘਾ ਨਿਬੰਧ ਪੜ੍ਹਨ ਜਾ ਰਹੇ ਹਾਂ। ਇਹ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਲਿਖਿਆ ਹੋਇਆ ਪਿਆਰ। ਚਲੋ ਫਿਰ ਸ਼ੁਰੂ ਕਰਦੇ ਹਾਂ ਤੇ ਸਮਝਦੇ ਹਾਂ ਕਿ ਪ੍ਰੋਫੈਸਰ ਸਾਹਿਬ ਪਿਆਰ ਬਾਰੇ ਕੀ ਕਹਿੰਦੇ ਨੇ ਤੇ ਇਸ ਦੇ ਕਿਹੜੇ ਰੂਹਾਨੀ ਪੱਖਾਂ ਨੂੰ ਸਾਡੇ ਸਾਹਮਣੇ ਰੱਖਦੇ ਨੇ। ਤਾਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਸਾਡੇ ਸਾਹਮਣੇ ਆਉਂਦਾ ਹੈ ਉਹ ਉਹੀ ਸਵਾਲ ਹੈ ਜੋ ਸਦੀਆਂ ਤੋਂ ਹਰ ਕਿਸੇ ਦੇ ਮਨ ਵਿੱਚ ਹੈ। ਆਖਿਰ ਇਹ ਪਿਆਰ ਹੈ ਕੀ? ਵੈਸੇ ਤਾਂ ਬਹੁਤ ਜਵਾਬ ਨੇ, ਪਰ ਪ੍ਰੋਫੈਸਰ ਪੂਰਨ ਸਿੰਘ ਸਾਨੂੰ ਆਮ ਜਵਾਬਾਂ ਤੋਂ ਬਹੁਤ ਅੱਗੇ ਲੈ ਕੇ ਜਾਣਗੇ, ਇੱਕ ਬਿਲਕੁਲ ਵੱਖਰੇ, ਇੱਕ ਰੂਹਾਨੀ ਨਜ਼ਰੀਏ ਨਾਲ। ਤਾਂ ਆਪਣਾ ਪਹਿਲਾ ਕਦਮ ਹੈ ਪਿਆਰ ਨੂੰ ਇੱਕ ਰੂਹਾਨੀ ਸਫ਼ਰ ਵਾਂਗ ਸਮਝਣਾ। ਦੇਖੋ, ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਪ੍ਰੋਫੈਸਰ ਪੂਰਨ ਸਿੰਘ ਸਿਰਫ ਕੋਈ ਲੇਖਕ ਨਹੀਂ, ਉਹ ਇੱਕ ਫਿਲਾਸਫਰ ਨੇ, ਇੱਕ ਰੂਹਾਨੀ ਮਾਰਗਦਰਸ਼ਕ ਨੇ, ਜਿਹੜੇ ਸਾਨੂੰ ਦੱਸ ਰਹੇ ਨੇ ਕਿ ਪਿਆਰ ਕੋਈ ਛੋਟੀ-ਮੋਟੀ ਚੀਜ਼ ਨਹੀਂ, ਇਹ ਤਾਂ ਪੂਰੇ ਬ੍ਰਹਿਮੰਡ ਵਿੱਚ ਫੈਲੀ ਹੋਈ ਇੱਕ ਬਹੁਤ ਵੱਡੀ ਤਾਕਤ ਹੈ। ਸਭ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਸਾਡੀ ਆਮ ਸੋਚ ਨੂੰ ਹੀ ਬਦਲ ਦਿੰਦੇ ਨੇ। ਉਹ ਕਹਿੰਦੇ ਨੇ ਕਿ ਪਿਆਰ ਸਿਰਫ ਦਿਲ ਦਾ ਕੋਈ ਜਜ਼ਬਾ, ਕੋਈ ਇਮੋਸ਼ਨ ਨਹੀਂ ਹੈ, ਸਗੋਂ ਇਹ ਤਾਂ ਇੱਕ ਅਵਸਥਾ ਹੈ, ਇੱਕ ਸਟੇਟ ਆਫ ਬੀਇੰਗ ਹੈ। ਕਿਹੋ ਜਿਹੀ ਅਵਸਥਾ? ਬਿਲਕੁਲ ਬੇਪਰਵਾਹ, ਰੱਬੀ ਖੁਮਾਰੀ ਵਾਲੀ। ਮਤਲਬ ਇਹ ਕੋਈ ਲੈਣ-ਦੇਣ ਜਾਂ ਵਪਾਰ ਨਹੀਂ, ਇਹ ਤਾਂ ਬਸ ਹੋਣਾ ਹੈ, ਇੱਕ ਸਹਿਜ ਅਵਸਥਾ। ਅੱਛਾ, ਜੇ ਪਿਆਰ ਇੱਕ ਰੱਬੀ ਅਵਸਥਾ ਹੈ ਤਾਂ ਫਿਰ ਇਸ ਦਾ ਅਸਲੀ ਰੂਪ ਕੀ ਹੈ? ਆਓ ਹੁਣ ਦੂਜੇ ਹਿੱਸੇ ਵਿੱਚ ਇਸ ਨੂੰ ਹੋਰ ਖੋਲ ਕੇ ਸਮਝਦੇ ਹਾਂ। ਆਪਾਂ ਦੇਖਾਂਗੇ ਕਿ ਦੁਨੀਆ ਪਿਆਰ ਨੂੰ ਕੀ ਸਮਝਦੀ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਨਜ਼ਰ ਵਿੱਚ ਅਸਲ ਪਿਆਰ ਕੀ ਹੈ। ਦੇਖੋ, ਇੱਥੇ ਦੋਵੇਂ ਤਸਵੀਰਾਂ ਬਿਲਕੁਲ ਸਾਫ਼ ਨੇ। ਇੱਕ ਪਾਸੇ ਹੈ ਉਹ ਪਿਆਰ ਜਿਸ ਨੂੰ ਆਮ ਤੌਰ ਤੇ ਦੁਨੀਆ ਜਾਣਦੀ ਹੈ, ਇੱਕ ਸੌਦੇਬਾਜ਼ੀ, ਇੱਕ ਹਿਸਾਬ-ਕਿਤਾਬ, ਮੈਂ ਤੇਰੇ ਲਈ ਇਹ ਕੀਤਾ, ਤੂੰ ਮੇਰੇ ਲਈ ਕੀ ਕਰੇਂਗਾ। ਪਰ ਦੂਜੇ ਪਾਸੇ ਹੈ ਪ੍ਰੋਫੈਸਰ ਸਾਹਿਬ ਦਾ ਦੱਸਿਆ ਅਸਲੀ ਪਿਆਰ। ਇਹ ਕੀ ਹੈ? ਇਹ ਪੂਰੀ ਤਰ੍ਹਾਂ ਨਿਰਸਵਾਰਥ ਹੈ, ਬਿਨਾਂ ਕਿਸੇ ਸ਼ਰਤ ਦੇ। ਇਹ ਤੁਹਾਨੂੰ ਪੂਰੇ ਬ੍ਰਹਿਮੰਡ ਨਾਲ ਇੱਕ ਕਰ ਦਿੰਦਾ ਹੈ ਤੇ ਇੱਕ ਰੂਹਾਨੀ ਮਸਤੀ, ਜਿਸ ਨੂੰ ਵਜਦ ਕਹਿੰਦੇ ਨੇ, ਉਸ ਹਾਲਤ ਵਿੱਚ ਲੈ ਜਾਂਦਾ ਹੈ। ਇਸ ਨਿਬੰਧ ਦੀ ਇੱਕ ਬਹੁਤ ਹੀ ਖੂਬਸੂਰਤ ਲਾਈਨ ਹੈ ਜੋ ਸਾਰੀ ਗੱਲ ਨੂੰ ਸਾਫ਼ ਕਰ ਦਿੰਦੀ ਹੈ। ਪਿਆਰ ਕਰਨਾ ਇੱਕ ਬੇਗਰਜ਼ੀ ਹੈ, ਜਿਸ ਵਿੱਚ ਦੇਣ ਦਾ ਚਾਅ ਹੈ, ਲੈਣ ਦੀ ਕੋਈ ਇੱਛਾ ਨਹੀਂ। ਕਿੰਨੀ ਵੱਡੀ ਗੱਲ ਹੈ! ਇਸ ਦਾ ਮਤਲਬ ਬਿਲਕੁਲ ਸਾਫ਼ ਹੈ ਕਿ ਸੱਚੇ ਪਿਆਰ ਵਿੱਚ ਸਿਰਫ ਦੇਣ ਦਾ ਚਾਅ ਹੁੰਦਾ, ਦੇਣ ਦੀ ਖੁਸ਼ੀ ਹੁੰਦੀ ਹੈ, ਵਾਪਸ ਕੁਝ ਮਿਲਣ ਦੀ ਕੋਈ ਉਮੀਦ ਜਾਂ ਇੱਛਾ ਨਹੀਂ ਹੁੰਦੀ। ਹੁਣ ਇਸ ਨਿਬੰਧ ਵਿੱਚ ਇੱਕ ਖਾਸ ਸ਼ਬਦ ਵਾਰ-ਵਾਰ ਵਰਤਿਆ ਗਿਆ ਹੈ, ਵਜਦ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਜਦ, ਤੁਸੀਂ ਕਹਿ ਸਕਦੇ ਹੋ, ਇੱਕ ਰੂਹਾਨੀ ਮਸਤੀ ਹੈ, ਇੱਕ ਬੇਖੁਦੀ ਦੀ ਹਾਲਤ ਹੈ। ਉਹ ਅਵਸਥਾ ਜਦੋਂ ਇਨਸਾਨ ਦੁਨੀਆ ਦੀ ਸੁਰਤ ਭੁੱਲ ਕੇ ਕਿਸੇ ਰੱਬੀ ਆਨੰਦ ਵਿੱਚ ਪੂਰੀ ਤਰ੍ਹਾਂ ਗੁਆਚ ਜਾਂਦਾ ਹੈ, ਜਿਵੇਂ ਕੋਈ ਸੂਫੀ ਕਵਾਲੀ ਸੁਣ ਕੇ ਝੂਮਣ ਲੱਗ ਜਾਂਦਾ ਹੈ। ਪ੍ਰੋਫੈਸਰ ਸਾਹਿਬ ਕਹਿੰਦੇ ਨੇ ਕਿ ਸੱਚਾ ਪਿਆਰ ਤੁਹਾਨੂੰ ਇਸੇ ਵਜਦ ਦੀ ਅਵਸਥਾ ਤੱਕ ਲੈ ਜਾਂਦਾ ਹੈ। ਹੁਣ ਆਪਾਂ ਚੱਲਦੇ ਹਾਂ ਆਪਣੇ ਤੀਜੇ ਭਾਗ ਵੱਲ, ਜੋ ਹੈ ਕੁਦਰਤ ਅਤੇ ਪਿਆਰ ਦਾ ਰਿਸ਼ਤਾ। ਪਤਾ ਹੈ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਸੱਚੇ ਤੇ ਨਿਸਵਾਰਥ ਪਿਆਰ ਨੂੰ ਲੱਭਣ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ। ਇਸ ਦੀਆਂ ਉਦਾਹਰਣਾਂ ਤਾਂ ਕੁਦਰਤ ਵਿੱਚ ਹਰ ਪਾਸੇ ਖਿਲਰੀਆਂ ਪਈਆਂ ਨੇ। ਜ਼ਰਾ ਸੋਚ ਕੇ ਦੇਖੋ, ਸੂਰਜ ਜਦੋਂ ਆਪਣੀ ਰੋਸ਼ਨੀ ਦਿੰਦਾ ਹੈ ਤਾਂ ਕਦੇ ਪੁੱਛਦਾ ਹੈ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ? ਨਹੀਂ। ਨਦੀਆਂ ਬਸ ਵਹਿੰਦੀਆਂ ਰਹਿੰਦੀਆਂ ਨੇ, ਸਭ ਦੀ ਪਿਆਸ ਬੁਝਾਉਂਦੀਆਂ। ਫੁੱਲ ਕਿਸੇ ਦੀ ਤਾਰੀਫ ਲਈ ਨਹੀਂ ਖਿੜਦੇ, ਉਹ ਤਾਂ ਬਸ ਖਿੜਦੇ ਨੇ ਤੇ ਆਪਣੀ ਮਹਿਕ ਵੰਡਦੇ ਨੇ। ਤਾਰੇ ਬਿਨਾਂ ਕਿਸੇ ਸ਼ਰਤ ਦੇ ਚਮਕਦੇ ਨੇ। ਪ੍ਰੋਫੈਸਰ ਪੂਰਨ ਸਿੰਘ ਦੇ ਮੁਤਾਬਿਕ ਇਹੀ ਤਾਂ ਹੈ ਨਿਰਸਵਾਰਥ ਪਿਆਰ ਦਾ ਅਸਲੀ ਸਰੂਪ, ਜੋ ਕੁਦਰਤ ਸਾਨੂੰ ਹਰ ਪਲ, ਹਰ ਖੜੀ ਸਿਖਾ ਰਹੀ ਹੈ। ਚਲੋ, ਇਹ ਤਾਂ ਸਮਝ ਲਿਆ ਕਿ ਪਿਆਰ ਕੀ ਹੈ, ਪਰ ਸਵਾਲ ਇਹ ਹੈ ਕਿ ਜੇ ਕੋਈ ਅਜਿਹਾ ਪਿਆਰ ਆਪਣੀ ਜ਼ਿੰਦਗੀ ਵਿੱਚ ਲਿਆਵੇ ਤਾਂ ਉਸ ਦੀ ਜ਼ਿੰਦਗੀ ਤੇ ਇਸ ਦਾ ਕੀ ਅਸਰ ਪਵੇਗਾ। ਇਹੀ ਆਪਣਾ ਚੌਥਾ ਭਾਗ ਹੈ, ਪਿਆਰ ਦੀ ਬਦਲ ਦੇਣ ਵਾਲੀ ਤਾਕਤ। ਤੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਕਿ ਇਹ ਅਨੁਭਵ ਇਨਸਾਨ ਨੂੰ ਅੰਦਰੋਂ ਬਾਹਰੋਂ ਬਦਲ ਕੇ ਰੱਖ ਦਿੰਦਾ ਹੈ। ਇਹ ਬਦਲਾਅ ਕਿਵੇਂ ਆਉਂਦਾ ਹੈ? ਇਸ ਦੇ 3 ਪੜਾਅ ਨੇ। ਸਭ ਤੋਂ ਪਹਿਲਾਂ, ਜਿਵੇਂ ਇੱਕ ਬੰਦ ਕਲੀ ਖਿੜ ਕੇ ਫੁੱਲ ਬਣ ਜਾਂਦੀ ਹੈ, ਉਸੇ ਤਰ੍ਹਾਂ ਇਨਸਾਨ ਦੀ ਆਤਮਾ ਵਿੱਚ ਖਿੜਾ ਆ ਜਾਂਦਾ ਹੈ। ਜਦੋਂ ਆਤਮਾ ਖਿੜਦੀ ਹੈ ਤਾਂ ਉਸ ਨੂੰ ਇੱਕ ਅੰਦਰੂਨੀ, ਇੱਕ ਰੂਹਾਨੀ ਤਾਕਤ, ਇੱਕ ਰੂਹਾਨੀ ਬਲ ਮਿਲਦਾ ਹੈ। ਤੇ ਜਦੋਂ ਇਹ ਬਲ ਮਿਲਦਾ ਹੈ ਤਾਂ ਇਨਸਾਨ ਜ਼ਿੰਦਗੀ ਵਿੱਚ ਅਸਲੀ ਸਫਲਤਾ ਹਾਸਲ ਕਰਦਾ ਹੈ, ਜੋ ਪੈਸੇ ਸ਼ੋਹਰਤ ਵਾਲੀ ਸਫਲਤਾ ਤੋਂ ਕਿਤੇ ਉੱਪਰ ਹੈ। ਸੱਚੀ ਗੱਲ ਤਾਂ ਇਹ ਹੈ ਕਿ ਪਿਆਰ ਇਨਸਾਨ ਨੂੰ ਇੱਕ ਆਮ ਇਨਸਾਨ ਤੋਂ ਇੱਕ ਖਾਸ ਇਨਸਾਨ ਬਣਾ ਦਿੰਦਾ ਹੈ। ਚਲੋ, ਹੁਣ ਤੱਕ ਜੋ ਵੀ ਆਪਾਂ ਨੇ ਗੱਲ ਕੀਤੀ ਹੈ, ਉਹ ਸਭ ਦਾ ਨਿਚੋੜ ਕੱਢਦੇ ਹਾਂ। ਖਾਸ ਕਰਕੇ ਇਮਤਿਹਾਨ ਦੇ ਨਜ਼ਰੀਏ ਤੋਂ ਸਭ ਤੋਂ ਜ਼ਰੂਰੀ ਸਵਾਲ ਇਹੀ ਬਣਦਾ ਹੈ ਕਿ ਇਸ ਨਿਬੰਧ ਦਾ ਕੇਂਦਰੀ ਭਾਵ, ਯਾਨੀ ਸੈਂਟਰਲ ਆਈਡੀਆ ਕੀ ਹੈ। ਆਓ ਇਸ ਨੂੰ ਬਿਲਕੁਲ ਸਾਫ਼ ਤੇ ਸੌਖੇ ਸ਼ਬਦਾਂ ਵਿੱਚ ਸਮਝੀਏ। ਤਾਂ ਜੇ ਤੁਹਾਨੂੰ ਪੇਪਰ ਵਿੱਚ ਸਵਾਲ ਆਉਂਦਾ ਹੈ ਤਾਂ ਤੁਸੀਂ ਲਿਖ ਸਕਦੇ ਹੋ, ਇਸ ਨਿਬੰਧ ਦਾ ਕੇਂਦਰੀ ਭਾਵ ਇਹ ਹੈ
ਕਿ ਸੱਚਾ ਪਿਆਰ ਇੱਕ ਨਿਰਸਵਾਰਥ, ਬੇਪਰਵਾਹ ਅਤੇ ਰੱਬੀ ਰੂਹਾਨੀ ਅਵਸਥਾ ਹੈ। ਇਹ ਅਵਸਥਾ ਇਨਸਾਨ ਦੀ ਰੂਹ ਨੂੰ ਪੂਰੇ ਬ੍ਰਹਿਮੰਡ ਨਾਲ ਇੱਕ ਕਰ ਦਿੰਦੀ ਹੈ। ਇਸ ਪਿਆਰ ਦੀਆਂ ਸਭ ਤੋਂ ਵਧੀਆ ਮਿਸਾਲਾਂ ਸਾਨੂੰ ਕੁਦਰਤ ਵਿੱਚ ਮਿਲਦੀਆਂ ਨੇ ਅਤੇ ਇਹੀ ਪਿਆਰ ਮਨੁੱਖੀ ਜੀਵਨ ਨੂੰ ਸਹੀ ਮਾਅਨਿਆਂ 'ਚ ਸਫਲ ਬਣਾਉਂਦਾ ਹੈ। ਤਾਂ ਫਿਰ ਇਸ ਨਿਬੰਧ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ? ਲੈਸਨ ਕੀ ਹੈ? ਇਹ ਨਿਬੰਧ ਸਾਨੂੰ ਇੱਕ ਰਸਤਾ ਦਿਖਾਉਂਦਾ ਹੈ। ਇਹ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਆਪਣੀਆਂ ਛੋਟੀਆਂ-ਮੋਟੀਆਂ ਸਵਾਰਥੀ ਇੱਛਾਵਾਂ ਤੋਂ ਉੱਪਰ ਉੱਠੀਏ ਅਤੇ ਉਸ ਬੇਗਰਜ਼, ਨਿਰਸਵਾਰਥ ਪਿਆਰ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ, ਜਿਸ ਨਾਲ ਸਾਨੂੰ ਅਸਲੀ ਰੂਹਾਨੀ ਸ਼ਾਂਤੀ ਤੇ ਖੁਸ਼ੀ ਮਿਲ ਸਕਦੀ ਹੈ। ਇਹੀ ਇਸ ਨਿਬੰਧ ਦਾ ਅਸਲ ਸੰਦੇਸ਼ ਹੈ। ਤੇ ਜਾਂਦੇ-ਜਾਂਦੇ ਇੱਕ ਸਵਾਲ ਮੈਂ ਤੁਹਾਡੇ ਸੋਚਣ ਲਈ ਛੱਡ ਕੇ ਜਾ ਰਿਹਾ ਹਾਂ। ਅੱਜ ਦੀ ਇਸ ਭੱਜ-ਦੌੜ ਵਾਲੀ ਮਤਲਬੀ ਦੁਨੀਆ ਵਿੱਚ, ਜਿੱਥੇ ਹਰ ਰਿਸ਼ਤੇ ਵਿੱਚ ਲੈਣ-ਦੇਣ ਦੇਖਿਆ ਜਾਂਦਾ ਹੈ, ਉੱਥੇ ਪਿਆਰ ਦੀ ਇਹ ਬੇਗਰਜ਼ ਅਤੇ ਰੂਹਾਨੀ ਪਰਿਭਾਸ਼ਾ ਕਿੰਨੀ ਕੁ ਮਾਇਨੇ ਰੱਖਦੀ ਹੈ? ਕੀ ਇਹ ਸੰਭਵ ਹੈ? ਇਸ ਬਾਰੇ ਸੋਚ-ਵਿਚਾਰ ਜ਼ਰੂਰ ਕਰਨਾ। ਇਸ ਚਰਚਾ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਓ ਅੱਜ ਆਪਾਂ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਫਰੋਲਦੇ ਹਾਂ। ਆਪਾਂ ਗੱਲ ਕਰਾਂਗੇ 12ਵੀਂ ਜਮਾਤ ਦੀ ਕਿਤਾਬ ਆਧੁਨਿਕ ਗਦ ਰਤਨਾਕਰ ਦੇ ਇੱਕ ਬਹੁਤ ਹੀ ਖਾਸ ਪਾਠ ਸਾਡੇ ਲੋਕ ਗੀਤ ਬਾਰੇ, ਜਿਸ ਨੂੰ ਲਿਖਿਆ ਹੈ ਮਹਾਨ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ। ਅੱਛਾ, ਕਦੇ ਸੋਚਿਆ ਹੈ ਕਿ ਜਿਹੜੇ ਵਿਆਹਾਂ ਵਿੱਚ ਘੋੜੀਆਂ, ਸੁਹਾਗ ਜਾਂ ਸਿੱਠਣੀਆਂ ਗਾਈਆਂ ਜਾਂਦੀਆਂ ਨੇ, ਉਹਨਾਂ ਨੂੰ ਲਿਖਿਆ ਕਿਸਨੇ ਹੈ? ਕੋਈ ਇੱਕ ਨਾਂ ਤਾਂ ਯਾਦ ਨਹੀਂ ਆਉਂਦਾ, ਹੈ ਨਾ? ਬਸ ਇਹੀ ਤਾਂ ਲੋਕ ਗੀਤਾਂ ਦਾ ਕਮਾਲ ਹੈ। ਇਹ ਕਿਸੇ ਇੱਕ ਦੀ ਲਿਖਤ ਨਹੀਂ ਹੁੰਦੇ, ਸਗੋਂ ਇਹ ਤਾਂ ਪੂਰੇ ਸਮਾਜ ਦੀ, ਪੂਰੇ ਪੰਜਾਬ ਦੀ ਸਾਂਝੀ ਆਵਾਜ਼ ਹੁੰਦੇ ਨੇ। ਤਾਂ ਜੀ, ਇਸ ਪਾਠ ਦੇ ਲੇਖਕ ਨੇ ਪ੍ਰਿੰਸੀਪਲ ਤੇਜਾ ਸਿੰਘ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਇੱਕ ਬਹੁਤ ਹੀ ਉੱਚਾ ਸਥਾਨ ਹੈ। ਇਸ ਪਾਠ ਦੇ ਜ਼ਰੀਏ ਉਹ ਸਾਨੂੰ ਲੋਕ ਗੀਤਾਂ ਦੀ ਉਸ ਦੁਨੀਆ ਵਿੱਚ ਲੈ ਕੇ ਜਾਂਦੇ ਨੇ, ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਾਡੇ ਸੱਭਿਆਚਾਰ ਲਈ ਕਿੰਨੇ ਜ਼ਰੂਰੀ ਹਨ। ਤਾਂ ਫਿਰ ਸਵਾਲ ਉੱਠਦਾ ਹੈ ਕਿ ਲੋਕ ਗੀਤ ਆਖਰ ਹੈ ਕੀ? ਦੇਖੋ, ਇਹ ਉਹ ਗੀਤ ਨਹੀਂ ਜਿਹੜਾ ਕੋਈ ਕਵੀ ਕਾਗਜ਼ ਕਲਮ ਲੈ ਕੇ ਲਿਖਦਾ ਹੈ। ਨਹੀਂ, ਸਗੋਂ ਇਹ ਉਹ ਆਵਾਜ਼ ਹੈ ਜਿਹੜੀ ਆਮ ਲੋਕਾਂ ਦੇ ਦਿਲਾਂ ਵਿੱਚੋਂ ਆਪਣੇ ਆਪ ਨਿਕਲਦੀ ਹੈ। ਇਹ ਸਾਡੇ ਸਾਰਿਆਂ ਦੀ ਸਾਂਝੀ ਵਿਰਾਸਤ ਹੈ, ਸਾਡਾ ਸਾਂਝਾ ਖਜ਼ਾਨਾ। ਹੁਣ ਲੋਕ ਗੀਤ ਤੇ ਸਾਹਿਤਕ ਗੀਤ, ਇਹਨਾਂ ਦੋਹਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇੱਕ ਪਾਸੇ ਲੋਕ ਗੀਤ ਨੇ ਜੋ ਸਭ ਦੇ ਸਾਂਝੇ ਹੁੰਦੇ ਨੇ, ਜਿਨ੍ਹਾਂ ਦੀ ਭਾਸ਼ਾ ਬਿਲਕੁਲ ਸਾਡੀ ਤੁਹਾਡੀ ਯਾਨੀ ਆਮ ਬੋਲਚਾਲ ਵਾਲੀ ਹੁੰਦੀ ਹੈ ਤੇ ਇਹ ਸਿੱਧਾ ਦਿਲ ਦੀ ਗੱਲ ਕਰਦੇ ਨੇ। ਦੂਜੇ ਪਾਸੇ ਸਾਹਿਤਕ ਗੀਤ ਕਿਸੇ ਖਾਸ ਲੇਖਕ ਦੀ ਸੋਚ ਹੁੰਦੀ ਹੈ, ਜਿਸ ਵਿੱਚ ਥੋੜੀ ਸ਼ੁੱਧ ਕਿਤਾਬੀ ਭਾਸ਼ਾ ਤੇ ਕਵੀ ਦੀ ਆਪਣੀ ਕਲਪਨਾ ਹੁੰਦੀ ਹੈ। ਚਲੋ ਹੁਣ ਥੋੜਾ ਹੋਰ ਡੂੰਘਾਈ ਵਿੱਚ ਚੱਲਦੇ ਹਾਂ ਤੇ ਇਹਨਾਂ ਦੇ ਅਸਲ ਮਤਲਬ ਨੂੰ ਸਮਝਦੇ ਹਾਂ। ਪ੍ਰਿੰਸੀਪਲ ਤੇਜਾ ਸਿੰਘ ਸਮਝਾਉਂਦੇ ਨੇ ਕਿ ਇਹ ਸਿਰਫ ਮਨੋਰੰਜਨ ਜਾਂ ਟਾਈਮ ਪਾਸ ਦਾ ਸਾਧਨ ਬਿਲਕੁਲ ਨਹੀਂ ਹਨ। ਤੇ ਆ ਜਿਹੜੀ ਲਾਈਨ ਹੈ ਨਾ, ਇਹ ਸਮਝੋ ਇਸ ਪੂਰੇ ਪਾਠ ਦਾ ਦਿਲ ਹੈ। ਇਹਦਾ ਮਤਲਬ ਇਹ ਹੈ ਕਿ ਲੋਕ ਗੀਤ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨੇ। ਜਦੋਂ ਬੱਚਾ ਜੰਮਦਾ ਹੈ ਤਾਂ ਸੋਹਿਲੇ ਗਾਏ ਜਾਂਦੇ ਨੇ, ਵਿਆਹ ਵੇਲੇ ਘੋੜੀਆਂ ਤੇ ਸੁਹਾਗ ਹੁੰਦੇ ਨੇ। ਇਹ ਸਾਡੇ ਹਰ ਰਸਮ ਰਿਵਾਜ ਦਾ, ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਨੇ। ਯਾਦ ਰੱਖਣਾ, ਇਹ ਪਾਠ ਸਾਡੇ ਲੋਕ ਗੀਤ ਤੁਹਾਡੀ ਕਿਤਾਬ ਦਾ 6ਵਾਂ ਅਧਿਆਇ ਹੈ ਤੇ ਹਾਂ, ਇਮਤਿਹਾਨ ਦੇ ਨਜ਼ਰੀਏ ਤੋਂ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਚਲੋ ਫਿਰ ਹੁਣ ਪਾਠ ਦੀਆਂ ਕੁਝ ਸਭ ਤੋਂ ਖਾਸ ਪੰਕਤੀਆਂ ਨੂੰ ਚੁਣਦੇ ਹਾਂ ਤੇ ਉਹਨਾਂ ਨੂੰ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਦੇ ਹਾਂ ਤਾਂ ਕਿ ਕੋਈ ਵੀ ਸ਼ੱਕ ਬਾਕੀ ਨਾ ਰਵੇ। ਪ੍ਰਿੰਸੀਪਲ ਤੇਜਾ ਸਿੰਘ ਇੱਕ ਬਹੁਤ ਹੀ ਵੱਡੀ ਗੱਲ ਕਹਿੰਦੇ ਨੇ ਕਿ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਅਸਲ ਰੂਹ ਹਨ, ਯਾਨੀ ਕਿ ਆਤਮਾ ਹਨ। ਸੋਚ ਕੇ ਦੇਖੋ ਕਿੰਨੀ ਡੂੰਗੀ ਗੱਲ ਹੈ ਇਹ। ਅੱਛਾ, ਹੁਣ ਰੂਹ ਕਹਿਣ ਦਾ ਮਤਲਬ ਕੀ ਹੋਇਆ? ਇਹਦਾ ਮਤਲਬ ਬਿਲਕੁਲ ਸਾਫ਼ ਹੈ। ਜੇ ਕਿਸੇ ਨੇ ਪੰਜਾਬੀ ਸੱਭਿਆਚਾਰ ਨੂੰ ਸੱਚਮੁੱਚ ਸਮਝਣਾ ਹੈ ਨਾ, ਤਾਂ ਉਸਨੂੰ ਸਾਡੇ ਲੋਕ ਗੀਤ ਸੁਣਨੇ ਪੈਣਗੇ। ਇਹਨਾਂ ਵਿੱਚ ਸਾਡੀਆਂ ਖੁਸ਼ੀਆਂ, ਸਾਡੇ ਗਮ, ਸਾਡੀਆਂ ਰਸਮਾਂ, ਸਾਡੀ ਰੋਜ਼ ਦੀ ਜ਼ਿੰਦਗੀ, ਸਭ ਕੁਝ ਇੱਕ ਸ਼ੀਸ਼ੇ ਵਾਂਗ ਸਾਫ਼-ਸਾਫ਼ ਦਿਸਦਾ ਹੈ। ਪਾਠ ਦੀ ਇੱਕ ਹੋਰ ਬਹੁਤ ਹੀ ਦਿਲਚਸਪ ਗੱਲ ਇਹ ਹੈ, ਲੇਖਕ ਸਾਨੂੰ ਦੱਸਦੇ ਨੇ ਕਿ ਇਹ ਲੋਕ ਗੀਤ ਪੈਦਾ ਕਿਵੇਂ ਹੁੰਦੇ ਨੇ। ਤਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਹ ਗੀਤ ਕੋਈ ਪਲੈਨਿੰਗ ਕਰਕੇ ਨਹੀਂ ਬਣਾਏ ਜਾਂਦੇ। ਜਦੋਂ ਦਿਲ ਵਿੱਚ ਕੋਈ ਬਹੁਤ ਡੂੰਗੀ ਭਾਵਨਾ ਉੱਠਦੀ ਹੈ, ਚਾਹੇ ਉਹ ਖੁਸ਼ੀ ਹੋਵੇ, ਵਿਛੋੜੇ ਦਾ ਦਰਦ ਹੋਵੇ ਜਾਂ ਮਿਲਣ ਦੀ ਤਾਂਘ, ਤਾਂ ਇਹ ਗੀਤ ਸ਼ਬਦ ਬਣ ਕੇ ਆਪਣੇ ਆਪ ਬੁੱਲ੍ਹਾਂ ਤੇ ਆ ਜਾਂਦੇ ਨੇ, ਜਿਵੇਂ ਪਹਾੜ 'ਚੋਂ ਝਰਨਾ ਫੁੱਟਦਾ, ਬਿਲਕੁਲ ਉਸੇ ਤਰ੍ਹਾਂ। ਪ੍ਰਿੰਸੀਪਲ ਤੇਜਾ ਸਿੰਘ ਇਸ ਗੱਲ ਤੇ ਖਾਸ ਜ਼ੋਰ ਦਿੰਦੇ ਨੇ ਕਿ ਇਸ ਅਨਮੋਲ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲਣ ਵਿੱਚ ਸਾਡੀਆਂ ਔਰਤਾਂ ਦਾ ਕਿੰਨਾ ਵੱਡਾ ਹੱਥ ਹੈ। ਤੇ ਇਹ ਬਿਲਕੁਲ ਸੱਚ ਹੈ।
ਔਰਤਾਂ ਹੀ ਇਸ ਪਰੰਪਰਾ ਦੀਆਂ ਅਸਲ ਰਾਖੀਆਂ ਨੇ। ਸਾਡੀਆਂ ਦਾਦੀਆਂ ਨਾਨੀਆਂ ਨੇ ਮੂੰਹ ਜ਼ੁਬਾਨੀ ਇਹਨਾਂ ਗੀਤਾਂ ਨੂੰ ਆਪਣੀਆਂ ਧੀਆਂ ਨੂੰਹਾਂ ਤੱਕ ਪਹੁੰਚਾਇਆ ਹੈ। ਖਾਸ ਕਰਕੇ ਜਨਮ, ਵਿਆਹ ਵਰਗੇ ਮੌਕਿਆਂ ਦੇ ਗੀਤਾਂ ਵਿੱਚ ਤਾਂ ਔਰਤਾਂ ਦੇ ਮਨ ਦੀ ਹਰ ਗੱਲ, ਹਰ ਉਮੀਦ ਤੇ ਹਰ ਦੁੱਖ ਦਾ ਪ੍ਰਗਟਾਵਾ ਮਿਲਦਾ ਹੈ। ਤਾਂ ਫਿਰ ਜੇਕਰ ਆਪਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕੱਢਣਾ ਹੋਵੇ ਤਾਂ ਇਸ ਪਾਠ ਦਾ ਕੇਂਦਰੀ ਭਾਵ ਯਾਨੀ ਕਿ ਇਸ ਦਾ ਮੇਨ ਆਈਡੀਆ ਕੀ ਹੈ? ਦੇਖੋ ਜੀ, ਪ੍ਰਿੰਸੀਪਲ ਤੇਜਾ ਸਿੰਘ ਦੇ ਮੁਤਾਬਿਕ ਲੋਕ ਗੀਤਾਂ ਦੇ 3 ਮੁੱਖ ਕੰਮ ਨੇ। ਪਹਿਲਾ, ਇਹ ਸਾਡੀਆਂ ਸਾਂਝੀਆਂ ਭਾਵਨਾਵਾਂ ਨੂੰ ਜ਼ੁਬਾਨ ਦਿੰਦੇ ਨੇ। ਦੂਜਾ, ਇਹ ਸਾਡੇ ਸੱਭਿਆਚਾਰ ਦਾ ਸ਼ੀਸ਼ਾ ਨੇ ਜਿਸ ਵਿੱਚ ਅਸੀਂ ਆਪਣਾ ਅਸਲੀ ਰੂਪ ਦੇਖ ਸਕਦੇ ਹਾਂ। ਅਤੇ ਤੀਜਾ, ਇੱਕ ਅਜਿਹਾ ਸਫ਼ਰ ਹੈ ਜੋ ਸਾਡੇ ਪੁਰਖਿਆਂ ਤੋਂ ਸ਼ੁਰੂ ਹੋ ਕੇ ਸਾਡੇ ਤੱਕ ਪਹੁੰਚਿਆ ਹੈ। ਤੇ ਇਹੀ ਸਭ ਤੋਂ ਵੱਡੀ ਸੱਚਾਈ ਹੈ। ਲੋਕ ਗੀਤ ਦਾ ਲੇਖਕ ਕੋਈ ਇੱਕ ਬੰਦਾ ਨਹੀਂ ਹੁੰਦਾ, ਸਗੋਂ ਪੂਰਾ ਦਾ ਪੂਰਾ ਸਮਾਜ ਹੁੰਦਾ ਹੈ। ਤੇ ਜਿਹੜੀ ਚੀਜ਼ ਸਾਰਿਆਂ ਦੀ ਸਾਂਝੀ ਹੋਵੇ ਨਾ, ਉਹ ਕਦੀ ਵੀ ਨਹੀਂ ਮਰਦੀ, ਉਹ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਚਲੋ ਹੁਣ ਆਪਾਂ ਇਸ ਪਾਠ ਦੇ ਸਾਰੇ ਮੁੱਖ ਨੁਕਤਿਆਂ ਨੂੰ ਇਕੱਠਾ ਕਰਦੇ ਹਾਂ। ਇਹ ਉਹ ਗੱਲਾਂ ਨੇ ਜਿਹੜੀਆਂ ਪੇਪਰ ਵਿੱਚ ਤੁਹਾਡੇ ਬਹੁਤ ਕੰਮ ਆਉਣਗੀਆਂ, ਸੋ ਧਿਆਨ ਨਾਲ ਸੁਣਨਾ। ਆਹ ਸਾਰਣੀ ਵੇਖੋ, ਇਹ ਪੂਰੇ ਪਾਠ ਦਾ ਨਿਚੋੜ ਹੈ। ਪਹਿਲਾ, ਪਰਿਭਾਸ਼ਾ ਕੀ ਹੈ? ਲੋਕ ਗੀਤ ਆਮ ਲੋਕਾਂ ਦੇ ਦਿਲ ਦੀ ਆਵਾਜ਼ ਨੇ। ਦੂਜਾ, ਇਹਨਾਂ ਦਾ ਮਹੱਤਵ ਕੀ ਹੈ? ਇਹ ਪੰਜਾਬੀ ਸੱਭਿਆਚਾਰ ਦੀ ਅਸਲ ਰੂਹ ਨੇ। ਅਤੇ ਤੀਜਾ, ਇਹਨਾਂ ਦੀ ਰਚਨਾ ਕਿਵੇਂ ਹੁੰਦੀ ਹੈ? ਇਹ ਬਣਾਏ ਨਹੀਂ ਜਾਂਦੇ, ਸਗੋਂ ਭਾਵਨਾਵਾਂ ਦੇ ਵਹਾਅ ਵਿੱਚ ਆਪਣੇ ਆਪ ਪੈਦਾ ਹੁੰਦੇ ਨੇ। ਬਸ ਇਹ 3 ਨੁਕਤੇ ਯਾਦ ਰੱਖ ਲਓ, ਪੂਰਾ ਪਾਠ ਕਲੀਅਰ ਹੋ ਜਾਵੇਗਾ। ਤੇ ਜਾਂਦੇ-ਜਾਂਦੇ ਇੱਕ ਸਵਾਲ ਤੁਹਾਡੇ ਸਾਰਿਆਂ ਦੇ ਸੋਚਣ ਲਈ। ਅੱਜ ਦਾ ਜ਼ਮਾਨਾ ਟਿਕਟੌਕ ਤੇ ਰੀਲਜ਼ ਦਾ ਹੈ, ਜਿੱਥੇ ਹਰ ਚੀਜ਼ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ, ਇਸ ਨਵੇਂ ਦੌਰ ਵਿੱਚ ਸਾਡੀ ਇਹ ਅਮੀਰ ਵਿਰਾਸਤ, ਸਾਡੇ ਲੋਕ ਗੀਤ ਕੀ ਆਪਣੀ ਥਾਂ ਬਣਾਈ ਰੱਖ ਸਕਣਗੇ? ਇਸ ਬਾਰੇ ਸੋਚਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 10ਵੀਂ ਜਮਾਤ ਦੀ ਕਿਤਾਬ ਕਾਵ ਕੀਰਤੀ 2 ਦੀ ਇੱਕ ਬਹੁਤ ਹੀ ਪਿਆਰੀ ਕਵਿਤਾ ਰੁੱਖ ਬਾਰੇ। ਆਪਾਂ ਇਸ ਕਵਿਤਾ ਨੂੰ ਬਿਲਕੁਲ ਸੌਖੇ ਢੰਗ ਨਾਲ ਸਮਝਾਂਗੇ ਤੇ ਇਸ ਦੇ ਹਰ ਇੱਕ ਅਰਥ ਨੂੰ ਜਾਣਾਂਗੇ। ਪਰ ਦੇਖੋ, ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਗੱਲ ਸੋਚੋ, ਬਸ 1 ਮਿੰਟ ਲਈ। ਜਿਹੜੇ ਰੁੱਖ ਆ ਸਾਡੇ ਆਲੇ-ਦੁਆਲੇ, ਸੱਚੀ ਇਹ ਸਾਡੇ ਲਈ ਕਰਦੇ ਕੀ ਨੇ? ਜੇ ਆਪਾਂ ਇਸ ਸਵਾਲ ਦਾ ਜਵਾਬ ਲੱਭ ਲਿਆ ਨਾ, ਤਾਂ ਕਵੀ ਕੀ ਕਹਿਣਾ ਚਾਹੁੰਦਾ ਹੈ, ਉਹ ਗੱਲ ਸਾਨੂੰ ਝੱਟ ਸਮਝ ਆ ਜਾਵੇਗੀ। ਚਲੋ ਇੱਕ ਨਜ਼ਰ ਮਾਰਦੇ ਹਾਂ ਕਿ ਆਪਾਂ ਅੱਜ ਕੀ ਕਰਨਾ ਹੈ। ਸਭ ਤੋਂ ਪਹਿਲਾਂ ਕਵੀ ਤੇ ਕਵਿਤਾ ਬਾਰੇ ਥੋੜੀ ਜਾਣ-ਪਛਾਣ ਕਰਾਂਗੇ, ਫਿਰ ਪਹਿਲੇ ਬੰਦ ਦੀ ਵਿਆਖਿਆ, ਉਸ ਤੋਂ ਬਾਅਦ ਦੂਜੇ ਬੰਦ ਦੀ, ਫਿਰ ਦੇਖਾਂਗੇ ਇਸ ਦਾ ਕੇਂਦਰੀ ਭਾਵ ਤੇ ਮੁੱਖ ਵਿਸ਼ਾ ਕੀ ਹੈ, ਤੇ ਅਖੀਰ 'ਚ ਸਭ ਤੋਂ ਜ਼ਰੂਰੀ ਕਿ ਸਾਨੂੰ ਇਸ ਕਵਿਤਾ ਤੋਂ ਸਿੱਖਿਆ ਕੀ ਮਿਲਦੀ ਹੈ। ਲਓ ਜੀ, ਤਾਂ ਫਿਰ ਕਰੀਏ ਸ਼ੁਰੂਆਤ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਵੀ ਬਾਰੇ ਤੇ ਇਸ ਕਵਿਤਾ ਦੇ ਪਿਛੋਕੜ ਬਾਰੇ, ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਰਚਨਾ ਨੂੰ ਸਮਝਣ ਲਈ। ਤਾਂ ਇਹ ਜਿਹੜੀ ਕਵਿਤਾ ਹੈ ਰੁੱਖ, ਇਹ ਲਿਖੀ ਹੈ ਜਸਵੰਤ ਸਿੰਘ ਸੇਖੋ ਜੀ ਨੇ। ਤੇ ਇਸ ਕਵਿਤਾ 'ਚ ਉਹਨਾਂ ਨੇ ਬਹੁਤ ਹੀ ਸੌਖੇ ਸ਼ਬਦਾਂ 'ਚ ਪਰ ਬੜੀ ਡੂੰਗੀ ਗੱਲ ਕਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਰੁੱਖ ਸਾਡੀ ਜ਼ਿੰਦਗੀ ਤੇ ਸਾਡੇ ਵਾਤਾਵਰਣ ਲਈ ਕਿੰਨੇ ਜ਼ਿਆਦਾ ਜ਼ਰੂਰੀ ਨੇ। ਠੀਕ ਹੈ ਜੀ, ਤਾਂ ਹੁਣ ਆਪਾਂ ਚੱਲਦੇ ਹਾਂ ਕਵਿਤਾ ਦੇ ਪਹਿਲੇ ਬੰਦ ਵੱਲ। ਦੇਖਦੇ ਹਾਂ ਕਿ ਪਹਿਲੀਆਂ ਸਤਰਾਂ 'ਚ ਕਵੀ ਕੀ ਕਹਿੰਦਾ ਹੈ। ਹੈ ਜੀ ਪਹਿਲਾ ਬੰਦ। ਹੁਣ ਆਪਾਂ ਇਸ ਨੂੰ ਲਾਈਨ ਬਾਈ ਲਾਈਨ ਆਰਾਮ ਨਾਲ ਸਮਝਾਂਗੇ। ਦੇਖੋ, ਸ਼ੁਰੂਆਤ 'ਚ ਕਵੀ ਇੱਕ ਹੋਕਾ ਦੇ ਰਿਹਾ ਹੈ, ਇੱਕ ਸੱਦਾ ਦੇ ਰਿਹਾ ਹੈ। ਉਹ ਕਹਿੰਦਾ ਕਿ ਆਓ ਇੰਨੇ ਰੁੱਖ ਲਾਈਏ ਕਿ ਆਪਣਾ ਸੂਬਾ ਹਰਿਆ ਭਰਿਆ ਹੋ ਕੇ ਨੰਬਰ 1 ਤੇ ਆ ਜਾਵੇ। ਅੱਗੇ ਵਧਣ ਤੋਂ ਪਹਿਲਾਂ 3 ਸ਼ਬਦ ਸਮਝਣੇ ਬਹੁਤ ਜ਼ਰੂਰੀ ਨੇ। ਸੂਬਾ ਤਾਂ ਹੋ ਗਿਆ ਆਪਣਾ ਪ੍ਰਾਂਤ ਯਾਨੀ ਸਟੇਟ। ਮਹਿਫੂਜ਼ ਦਾ ਮਤਲਬ ਹੁੰਦਾ ਹੈ ਸੁਰੱਖਿਅਤ ਯਾਨੀ ਸੇਫ। ਤੇ ਕੁੱਖ ਦਾ ਮਤਲਬ ਹੈ ਗਰਭ। ਇਹ ਤਿੰਨੇ ਸ਼ਬਦ ਇਸ ਪੈਰੇ ਦੀ ਜਾਨ ਨੇ। ਤਾਂ ਗੱਲ ਸਮਝੇ, ਕਵੀ ਸਿਰਫ ਰੁੱਖ ਲਾਉਣ ਲਈ ਨਹੀਂ ਕਹਿ ਰਿਹਾ, ਉਹ 3 ਚੀਜ਼ਾਂ ਨੂੰ ਬਚਾਉਣ ਦੀ ਗੱਲ ਕਰਦਾ ਹੈ। ਪਾਣੀ, ਰੁੱਖ ਤੇ ਕੁੱਖ। ਪਾਣੀ ਤੇ ਰੁੱਖ ਤਾਂ ਚਲੋ ਸਮਝ ਆਉਂਦਾ ਹੈ, ਪਰ ਕੁੱਖ ਕਿਉਂ? ਕਿਉਂਕਿ ਕੁੱਖ ਦਾ ਮਤਲਬ ਇੱਥੇ ਹੈ ਤੀਹ, ਯਾਨੀ ਭਰੂਣ ਹੱਤਿਆ ਨੂੰ ਰੋਕਣਾ। ਕਵੀ ਨੇ ਵਾਤਾਵਰਣ ਨੂੰ ਇੱਕ ਬਹੁਤ ਵੱਡੇ ਸਮਾਜਿਕ ਮੁੱਦੇ ਨਾਲ ਜੋੜ ਦਿੱਤਾ। ਵਾਹ, ਕਮਾਲ ਦੀ ਗੱਲ ਹੈ ਇਹ। ਤੇ ਹੁਣ ਆਉਂਦੀਆਂ ਨੇ ਉਹ ਲਾਈਨਾਂ ਜਿਹੜੀਆਂ ਇਸ ਕਵਿਤਾ ਦੀ ਜਾਨ ਨੇ, ਇਸ ਦਾ ਦਿਲ ਨੇ। ਇੱਥੇ ਇੱਕ ਬਹੁਤ ਵੱਡਾ ਸਮਾਜਿਕ ਸੁਨੇਹਾ ਵੀ ਹੈ ਤੇ ਇੱਕ ਅਜਿਹੀ ਤੁਲਨਾ ਹੈ ਜਿਹੜੀ ਸਿੱਧੀ ਦਿਲ ਤੇ ਲੱਗਦੀ ਏ। ਇੱਥੇ ਕਵੀ ਦੀ ਸੋਚ ਦੇਖੋ। ਉਹ ਕਹਿੰਦਾ ਧੀ ਜੰਮੇ ਤਾਂ ਰੁੱਖ ਲਗਾਓ, ਮਤਲਬ ਧੀ ਦੇ ਜਨਮ ਨੂੰ ਇੱਕ ਜਸ਼ਨ ਬਣਾਓ, ਇੱਕ ਨੇਕ ਕੰਮ ਨਾਲ ਜੋੜੋ। ਤੇ ਫਿਰ ਉਹ ਕਹਿੰਦਾ ਰੁੱਖਾਂ ਬਾਝੋਂ ਧਰਤੀ ਇੰਜ ਜਿਉਂ ਬਿਨ ਬੱਚਿਆਂ ਦੇ ਮਾਵਾਂ,
ਮਤਲਬ ਜਿਵੇਂ ਇੱਕ ਮਾਂ ਬੱਚਿਆਂ ਤੋਂ ਬਿਨਾਂ ਸੁੰਨੀ ਹੁੰਦੀ ਹੈ, ਉਵੇਂ ਹੀ ਧਰਤੀ ਰੁੱਖਾਂ ਤੋਂ ਬਿਨਾਂ ਸੁੰਨੀ ਹੈ, ਉਜਾੜ ਹੈ। ਇਸ ਤੋਂ ਵੱਡਾ ਦਰਦ, ਇਸ ਤੋਂ ਵੱਡੀ ਉਦਾਸੀ ਦਾ ਚਿੱਤਰ ਹੋਰ ਕੀ ਹੋ ਸਕਦਾ? ਸੱਚੀ ਇਹ ਲਾਈਨਾਂ ਕਮਾਲ ਦੀਆਂ ਨੇ। ਚਲੋ ਜੀ, ਪਹਿਲਾ ਬੰਦ ਤਾਂ ਆਪਾਂ ਚੰਗੀ ਤਰ੍ਹਾਂ ਸਮਝ ਲਿਆ। ਹੁਣ ਵਾਰੀ ਹੈ ਦੂਜੇ ਬੰਦ ਦੀ। ਦੇਖਦੇ ਹਾਂ ਅੱਗੇ ਕੀ ਗੱਲ ਹੁੰਦੀ ਹੈ। ਆ ਹੈ ਦੂਜਾ ਤੇ ਆਖਰੀ ਬੰਦ। ਇਸ ਵਿੱਚ ਕਵੀ ਦਾ ਪੂਰਾ ਧਿਆਨ ਰੁੱਖਾਂ ਦੀ ਕੁਰਬਾਨੀ ਤੇ ਹੈ ਕਿ ਉਹ ਕਿਵੇਂ ਬਿਨਾਂ ਕੁਝ ਮੰਗੇ ਸਭ ਕੁਝ ਦੇ ਦਿੰਦੇ ਨੇ। ਇਹ ਲਾਈਨਾਂ ਬਹੁਤ ਡੂੰਘੀਆਂ ਨੇ। ਕਵੀ ਕਹਿੰਦਾ ਹੈ ਕਿ ਰੁੱਖ ਆਪਣਾ ਸਭ ਕੁਝ, ਮਤਲਬ ਸਭ ਕੁਝ ਹੀ ਸਾਡੇ ਤੇ ਕੁਰਬਾਨ ਕਰ ਦਿੰਦੇ ਨੇ। ਇੱਥੋਂ ਤੱਕ ਕਿ ਸਾਡੇ ਮਰਨ ਤੋਂ ਬਾਅਦ ਵੀ ਸਾਡੀ ਚਿਖਾ ਵਿੱਚ ਸਾਡੇ ਨਾਲ ਹੀ ਸੜਦੇ ਨੇ। ਮਤਲਬ ਸੋਚ ਕੇ ਦੇਖੋ, ਰੁੱਖ ਕਿੰਨੇ ਨਿਰਸਵਾਰਥ ਨੇ। ਸਾਨੂੰ ਫਲ ਦਿੰਦੇ, ਛਾਂ ਦਿੰਦੇ, ਸਾਹ ਲੈਣ ਲਈ ਆਕਸੀਜਨ ਦਿੰਦੇ, ਲੱਕੜ ਦਿੰਦੇ, ਆਪਣੀ ਪੂਰੀ ਜ਼ਿੰਦਗੀ ਸਾਡੇ ਲੇਖੇ ਲਾ ਦਿੰਦੇ ਨੇ। ਤੇ ਜਦੋਂ ਸਾਡੀ ਜ਼ਿੰਦਗੀ ਖਤਮ ਹੁੰਦੀ ਹੈ, ਉਦੋਂ ਵੀ ਸਾਡੇ ਅੰਤਿਮ ਸੰਸਕਾਰ ਵੇਲੇ ਸਾਡਾ ਸਾਥ ਦਿੰਦੇ ਨੇ। ਜਨਮ ਤੋਂ ਲੈ ਕੇ ਮੌਤ ਤੱਕ ਦੇ ਸਾਥੀ ਨੇ ਰੁੱਖ। ਤੇ ਅਖੀਰ 'ਚ ਕਵੀ ਆਪਣੇ ਆਪ ਨੂੰ ਪੁੱਛਦਾ, ਇੱਕ ਤਰ੍ਹਾਂ ਨਾਲ ਸਾਡੇ ਸਾਰਿਆਂ ਨੂੰ ਪੁੱਛਦਾ ਕਿ ਇਹ ਸਿੱਖੋ, ਮੈਂ ਇਹਨਾਂ ਰੁੱਖਾਂ ਦਾ ਕਰਜ਼ ਕਿਵੇਂ ਚੁਕਾਵਾਂਗਾ, ਇਹਨਾਂ ਦੇ ਅਹਿਸਾਨਾਂ ਦਾ ਬਦਲਾ ਕਿਵੇਂ ਮੋੜਾਂਗਾ। ਤੇ ਫਿਰ ਉਹ ਉਹੀ ਗੱਲ ਦੁਹਰਾਉਂਦਾ ਹੈ ਜੋ ਸਭ ਤੋਂ ਜ਼ਰੂਰੀ ਹੈ। ਤੋ ਦੇਖੋ, ਕਵੀ ਨੇ ਆਪਣਾ ਨਾਮ ਸੇਖੋਂ ਵਰਤ ਕੇ ਇੱਕ ਨਿਮਰਤਾ ਦਿਖਾਈ ਹੈ। ਉਹ ਕਹਿ ਰਿਹਾ ਹੈ ਕਿ ਮੈਂ, ਯਾਨੀ ਅਸੀਂ ਸਾਰੇ, ਇਹਨਾਂ ਰੁੱਖਾਂ ਦੇ ਕਰਜ਼ਦਾਰ ਹਾਂ ਤੇ ਇਹ ਕਰਜ਼ ਕਦੇ ਉਤਰ ਹੀ ਨਹੀਂ ਸਕਦਾ। ਇਸੇ ਲਈ ਉਹ ਆਪਣੀ ਸਭ ਤੋਂ ਜ਼ੋਰਦਾਰ ਲਾਈਨ ਨੂੰ ਦੁਬਾਰਾ ਦੁਹਰਾਉਂਦਾ ਹੈ ਤਾਂ ਕਿ ਇਹ ਗੱਲ ਸਾਡੇ ਮਨਾਂ ਵਿੱਚ ਪੱਕੀ ਬੈਠ ਜਾਵੇ। ਚਲੋ ਜੀ, ਵਿਆਖਿਆ ਤਾਂ ਹੋ ਗਈ। ਹੁਣ ਗੱਲ ਕਰਦੇ ਹਾਂ ਉਸ ਸਵਾਲ ਦੀ ਜਿਹੜਾ ਪੇਪਰ 'ਚ ਪੱਕਾ ਆਂਦਾ ਹੀ ਆਂਦਾ, ਕੇਂਦਰੀ ਭਾਵ ਅਤੇ ਮੁੱਖ ਵਿਸ਼ਾ। ਇਸ ਨੂੰ ਬਹੁਤ ਧਿਆਨ ਨਾਲ ਸੁਣਨਾ। ਜੇ ਸਾਨੂੰ ਇੱਕ ਜਾਂ ਦੋ ਲਾਈਨਾਂ 'ਚ ਕਵਿਤਾ ਦਾ ਨਿਚੋੜ ਦੱਸਣਾ ਹੋਵੇ, ਯਾਨੀ ਇਸ ਦਾ ਕੇਂਦਰੀ ਭਾਵ, ਤਾਂ ਉਹ ਇਹੀ ਹੈ ਕਿ ਰੁੱਖ ਮਨੁੱਖਾਂ ਲਈ ਆਪਣਾ ਸਭ ਕੁਝ ਵਾਰ ਦਿੰਦੇ ਨੇ ਤੇ ਉਹਨਾਂ ਤੋਂ ਬਿਨਾਂ ਧਰਤੀ ਇੱਕ ਬੇਔਲਾਦ ਮਾਂ ਵਾਂਗ ਸੁੰਨੀ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ। ਤੇ ਜੇ ਮੁੱਖ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਸ ਕਵਿਤਾ 'ਚ ਕਈ ਗੱਲਾਂ ਨੇ। ਪਹਿਲੀ, ਰੁੱਖਾਂ ਦੀ ਕੁਰਬਾਨੀ। ਦੂਜੀ, ਵਾਤਾਵਰਣ ਨੂੰ ਬਚਾਉਣ ਦੀ ਲੋੜ। ਤੀਜੀ, ਧੀ ਦੇ ਜਨਮ ਨੂੰ ਇੱਕ ਖੁਸ਼ੀ ਦਾ ਮੌਕਾ ਬਣਾਉਣ ਦਾ ਸਮਾਜਿਕ ਸੁਨੇਹਾ। ਤੇ ਚੌਥੀ, ਧਰਤੀ ਤੇ ਰੁੱਖਾਂ ਦਾ ਮਾਂ-ਪੁੱਤ ਵਾਲਾ ਰਿਸ਼ਤਾ। ਅੱਛਾ, ਤਾਂ ਸਭ ਕੁਝ ਸਮਝਣ ਤੋਂ ਬਾਅਦ ਆਖਰੀ ਗੱਲ, ਸਾਨੂੰ ਇਸ ਕਵਿਤਾ ਤੋਂ ਸਿੱਖਣ ਨੂੰ ਕੀ ਮਿਲਿਆ? ਕੀ ਸੰਦੇਸ਼ ਹੈ ਸਾਡੇ ਲਈ? ਦੇਖੋ, ਇਹ ਕਵਿਤਾ ਸਾਨੂੰ 4 ਬਹੁਤ ਜ਼ਰੂਰੀ ਗੱਲਾਂ ਸਿਖਾਉਂਦੀ ਹੈ। ਪਹਿਲੀ, ਕੁਦਰਤ ਦੀ ਇੱਜ਼ਤ ਕਰੋ। ਦੂਜੀ, ਸਿਰਫ ਰੁੱਖ ਲਾਓ ਨਾ, ਉਹਨਾਂ ਨੂੰ ਪਾਲੋ ਵੀ, ਉਹਨਾਂ ਦੀ ਰੱਖਿਆ ਕਰੋ। ਤੀਜੀ, ਸਾਡੇ ਕੁਦਰਤੀ ਖਜ਼ਾਨੇ ਜਿਵੇਂ ਪਾਣੀ, ਇਹਨਾਂ ਨੂੰ ਬਚਾਓ। ਤੇ ਚੌਥੀ, ਤੇ ਸ਼ਾਇਦ ਸਭ ਤੋਂ ਜ਼ਰੂਰੀ, ਆਪਣੀਆਂ ਧੀਆਂ ਦਾ ਸਤਿਕਾਰ ਕਰੋ ਤੇ ਉਹਨਾਂ ਦੇ ਜਨਮ ਤੇ ਖੁਸ਼ ਹੋਵੋ। ਤਾਂ ਜਾਂਦੇ ਇਸ ਇੱਕ ਲਾਈਨ ਤੇ ਦੁਬਾਰਾ ਸੋਚੋ, ਰੁੱਖਾਂ ਬਾਝੋਂ ਧਰਤੀ ਇੰਜ ਜਿਉਂ ਬਿਨ ਬੱਚਿਆਂ ਦੇ ਮਾਵਾਂ। ਜੇ ਇਹ ਗੱਲ ਸੱਚੀ ਸਾਡੇ ਦਿਲ ਨੂੰ ਛੂ ਗਈ ਹੈ ਤਾਂ ਕਿਉਂ ਨਾ ਅੱਜ ਆਪਾਂ ਸਾਰੇ ਇੱਕ ਪ੍ਰਣ ਕਰੀਏ ਕਿ ਸਿਰਫ ਪੇਪਰਾਂ ਲਈ ਨਹੀਂ, ਬਲਕਿ ਆਪਣੀ ਧਰਤੀ ਮਾਂ ਲਈ ਅਸੀਂ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਵਾਂਗੇ ਤੇ ਉਸ ਨੂੰ ਪਾਲਾਂਗੇ।